ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੂਪਾਲੀ ਹਾਈਫਾਈ ਐਗਜ਼ਾਮ ਸਟੱਡੀ ਤੇ ਇੱਕ ਵਾਰ ਫਿਰ ਤੁਹਾਡੇ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਕਰਨਾ ਚਾਹੂੰਗੀ ਕਿ ਇੰਨੇ ਲੰਬੇ ਗੈਪ ਤੋਂ ਬਾਅਦ ਵੀ ਤੁਸੀਂ ਸਾਡੇ ਨਾਲ ਬਣੇ ਰਹੇ ਤੇ ਸਾਡੇ ਤੇ ਵਿਸ਼ਵਾਸ ਰੱਖਿਆ ਤੇ ਇਸੇ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਇਆ ਇੱਕ ਵਾਰ ਫਿਰ ਆਪਾਂ ਆਪਣੀ ਸਟੱਡੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਤੇ ਅੱਜ ਦਾ ਸਾਡਾ ਟੌਪਿਕ ਹੈ ਜੀ ਪੰਚਾਇਤੀ ਰਾਜ। ਅੱਜ ਆਪਾਂ ਕਵਰ ਕਰਾਂਗੇ ਪੰਚਾਇਤੀ ਰਾਜ ਨਾਲ ਜੁੜੇ ਮੋਸਟ ਇੰਪੋਰਟੈਂਟ MCQs। ਤੇ ਚਲੋ ਜੀ ਸਟਾਰਟ ਕਰਦੇ ਹਾਂ। ਸਾਡਾ ਫਸਟ ਕੁਐਸਚਨ ਹੈ ਜੀ, ਭਾਰਤ ਵਿੱਚ ਪੰਚਾਇਤੀ ਰਾਜ ਸ਼ਬਦ ਦਾ ਅਰਥ ਹੈ ਪੇਂਡੂ ਸਥਾਨਕ ਸਵੈਸ਼ਾਸਨ ਪ੍ਰਣਾਲੀ, ਵਿਧਾਈ ਨਿਯੰਤਰਣ ਪ੍ਰਣਾਲੀ, ਪ੍ਰਸ਼ਾਸਨਿਕ ਸੁਧਾਰ ਆਯੋਗ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ। ਪੰਚਾਇਤੀ ਰਾਜ ਜੁੜਿਆ ਹੋਇਆ ਹੈ ਪੇਂਡੂ ਸਥਾਨਕ ਸਵੈਸ਼ਾਸਨ ਪ੍ਰਣਾਲੀ ਨਾਲ, ਇਸ ਲਈ ਆਪਣਾ ਆਨਸਰ ਹੈ ਆਪਸ਼ਨ ਏ, ਪੇਂਡੂ ਸਥਾਨਕ ਸਵੈਸ਼ਾਸਨ ਪ੍ਰਣਾਲੀ। ਸੈਕਿੰਡ ਕੁਐਸਚਨ ਹੈ ਜੀ, ਭਾਰਤੀ ਰਾਜਾਂ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ? ਰਾਜ ਵਿਧਾਨ ਸਭਾਵਾਂ ਦੁਆਰਾ, ਲੋਕਾਂ ਦੀ ਆਪਸੀ ਸਹਿਮਤੀ ਦੁਆਰਾ, ਪਿੰਡਾਂ ਦੇ ਵਸਨੀਕਾਂ ਦੁਆਰਾ ਜਾਂ ਕੇਂਦਰੀ ਮੰਤਰੀ ਮੰਡਲ ਦੁਆਰਾ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ, ਰਾਜ ਵਿਧਾਨ ਸਭਾਵਾਂ ਦੁਆਰਾ। ਭਾਰਤੀ ਰਾਜਾਂ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਰਾਜ ਵਿਧਾਨ ਸਭਾਵਾਂ ਦੁਆਰਾ ਕੀਤੀ ਗਈ। ਥਰਡ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਪੰਚਾਇਤਾਂ ਦਾ ਵਰਣਨ ਕੀਤਾ ਗਿਆ ਹੈ? ਇਹ ਤੁਸੀਂ ਸਾਰੇ ਜਾਣਦੇ ਹੋਵੋਗੇ, ਇਹ ਹੈ ਜੀ ਭਾਗ 9, ਆਪਸ਼ਨ ਬੀ। ਭਾਰਤੀ ਸੰਵਿਧਾਨ ਦੇ ਭਾਗ 9 ਵਿੱਚ ਪੰਚਾਇਤਾਂ ਦਾ ਵਰਣਨ ਕੀਤਾ ਗਿਆ ਹੈ। ਫੋਰਥ ਕੁਐਸਚਨ ਹੈ, ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਪੰਚਾਇਤਾਂ ਨਾਲ ਸੰਬੰਧਿਤ ਹਨ? ਤੇ ਇਹਨਾਂ ਵਿੱਚੋਂ ਪੰਚਾਇਤੀ ਰਾਜ ਨਾਲ ਸੰਬੰਧਿਤ ਨੇ ਜੀ ਅਨੁਛੇਦ 243A ਤੋਂ 243O, ਆਪਸ਼ਨ ਬੀ। ਅਨੁਛੇਦ 243 ਕਲੋਜ਼ A ਤੋਂ 243 ਕਲੋਜ਼ O ਤੱਕ ਪੰਚਾਇਤੀ ਰਾਜ ਨਾਲ ਜੁੜੇ ਹੋਏ ਨੇ। ਫਿਫਥ ਕੁਐਸਚਨ ਹੈ, ਪੰਚਾਇਤੀ ਰਾਜ ਨੂੰ ਕਿਹੜੀ ਸੋਧ ਦੁਆਰਾ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ? ਤਾਂ ਇਹ ਸ਼ਾਮਿਲ ਕੀਤਾ ਗਿਆ ਸੀ ਜੀ 73ਵੀਂ ਸੋਧ ਰਾਹੀਂ, ਆਪਸ਼ਨ ਬੀ। 73ਵੀਂ ਸੋਧ ਰਾਹੀਂ ਪੰਚਾਇਤੀ ਰਾਜ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ। ਸਿਕਸਥ ਕੁਐਸਚਨ ਹੈ, 73ਵੀਂ ਸੋਧ ਕਦੋਂ ਹੋਈ? ਤਾਂ ਇਹ ਹੋਈ ਸੀ ਜੀ 22 ਦਸੰਬਰ 1992 ਵਿੱਚ, ਆਪਸ਼ਨ ਏ। 73ਵੀਂ ਸੋਧ 22 ਦਸੰਬਰ 1992 ਵਿੱਚ ਹੋਈ ਸੀ। ਸੈਵਨਥ ਕੁਐਸਚਨ ਹੈ ਜੀ, 73ਵੀਂ ਸੋਧ ਸਮੇਂ ਕਿਸ ਦੀ ਸਰਕਾਰ ਸੀ? ਜਵਾਹਰ ਲਾਲ ਨਹਿਰੂ ਦੀ, PV ਨਰਸਿਮਹਾ ਰਾਓ ਦੀ, ਮੋਰਾਰਜੀ ਦੇਸਾਈ ਦੀ ਜਾਂ ਮਨਮੋਹਨ ਸਿੰਘ ਦੀ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, PV ਨਰਸਿਮਹਾ ਰਾਓ ਦੀ ਸਰਕਾਰ ਸੀ 73ਵੀਂ ਸੋਧ ਸਮੇਂ। ਏਟਥ ਕੁਐਸਚਨ ਹੈ ਜੀ, ਬਲਵੰਤ ਰਾਏ ਮਹਿਤਾ ਸਮਿਤੀ ਦਾ ਗਠਨ ਕਦੋਂ ਕੀਤਾ ਗਿਆ? ਤਾਂ ਇਹ ਗਠਨ ਹੋਇਆ ਸੀ ਜੀ 16 ਜਨਵਰੀ 1957 ਨੂੰ, ਆਪਸ਼ਨ ਬੀ। ਬਲਵੰਤ ਰਾਏ ਮਹਿਤਾ ਸਮਿਤੀ ਦਾ ਗਠਨ 16 ਜਨਵਰੀ 1957 ਨੂੰ ਹੋਇਆ। ਨਾਈਨਥ ਕੁਐਸਚਨ ਹੈ, ਬਲਵੰਤ ਰਾਏ ਮਹਿਤਾ ਸਮਿਤੀ ਦੀ ਸਿਫਾਰਿਸ਼ਾਂ ਨੂੰ ਕਿਸ ਨਾਂ ਨਾਲ ਜਾਣਿਆ ਗਿਆ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਪੰਚਾਇਤੀ ਰਾਜ। ਬਲਵੰਤ ਰਾਏ ਮਹਿਤਾ ਸਮਿਤੀ ਦੀ ਸਿਫਾਰਿਸ਼ਾਂ ਨੂੰ ਪੰਚਾਇਤੀ ਰਾਜ ਦੇ ਨਾਂ ਨਾਲ ਜਾਣਿਆ ਗਿਆ। 10th ਕੁਐਸਚਨ ਹੈ, ਬਲਵੰਤ ਰਾਏ ਮਹਿਤਾ ਸਮਿਤੀ ਨੇ ਆਪਣੀ ਰਿਪੋਰਟ ਕਦੋਂ ਪੇਸ਼ ਕੀਤੀ? ਤਾਂ ਇਹ ਪੇਸ਼ ਕੀਤੀ ਜੀ 24 ਨਵੰਬਰ 1957 ਵਿੱਚ, ਆਪਸ਼ਨ ਡੀ। 24 ਨਵੰਬਰ 1957 ਨੂੰ ਰਿਪੋਰਟ ਪੇਸ਼ ਕੀਤੀ ਤੇ 16 ਜਨਵਰੀ 1957 ਨੂੰ ਸਮਿਤੀ ਦਾ ਗਠਨ ਕੀਤਾ ਗਿਆ ਸੀ। 11th ਕੁਐਸਚਨ ਹੈ, ਬਲਵੰਤ ਰਾਏ ਮਹਿਤਾ ਸਮਿਤੀ ਦੀ ਸਿਫਾਰਿਸ਼ਾਂ ਨੂੰ ਕਦੋਂ ਸਵੀਕਾਰ ਕੀਤਾ ਗਿਆ? ਤਾਂ ਸਵੀਕਾਰ ਕੀਤਾ ਗਿਆ ਜਨਵਰੀ 1958 ਵਿੱਚ, ਆਪਸ਼ਨ ਏ। ਜਨਵਰੀ 1958 ਵਿੱਚ ਬਲਵੰਤ ਰਾਏ ਮਹਿਤਾ ਸਮਿਤੀ ਦੀ ਸਿਫਾਰਿਸ਼ਾਂ ਨੂੰ ਸਵੀਕਾਰ ਕੀਤਾ ਗਿਆ। 12th ਕੁਐਸਚਨ ਹੈ, ਇਸ ਸਮਿਤੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਕਿੰਨੇ ਪੱਧਰ ਸ਼ਾਮਿਲ ਕੀਤੇ? ਤਾਂ ਇਹ ਸੀ ਜੀ 3 ਪੱਧਰ, ਆਪਸ਼ਨ ਬੀ। ਬਲਵੰਤ ਰਾਏ ਮਹਿਤਾ ਸਮਿਤੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ 3 ਪੱਧਰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ। 13th ਕੁਐਸਚਨ ਹੈ, ਬਲਵੰਤ ਰਾਏ ਮਹਿਤਾ ਸਮਿਤੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਕਿਹੜੇ ਪੱਧਰ ਸ਼ਾਮਿਲ ਕੀਤੇ? ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਸਮਿਤੀ ਜਾਂ ਉਪਰੋਕਤ ਸਾਰੇ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੇ। ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਤੇ ਜ਼ਿਲ੍ਹਾ ਸਮਿਤੀ, ਇਹ 3 ਪੱਧਰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ। 14th ਕੁਐਸਚਨ ਹੈ,
ਭਾਰਤ ਦੇਸ਼ ਦਾ ਪਹਿਲਾ ਰਾਜ ਕਿਹੜਾ ਹੈ ਜਿੱਥੇ ਪੰਚਾਇਤੀ ਰਾਜ ਦੀ ਸਥਾਪਨਾ ਹੋਈ? ਆਂਧਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ ਰਾਜਸਥਾਨ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਇਸ ਦੀ ਸਥਾਪਨਾ ਹੋਈ ਸੀ। 15th ਕੁਐਸਚਨ ਹੈ, ਰਾਜਸਥਾਨ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਇਹ ਕੀਤੀ ਗਈ ਸੀ ਜੀ 2 ਅਕਤੂਬਰ 1959 ਵਿੱਚ। ਆਪਸ਼ਨ ਬੀ 2 ਅਕਤੂਬਰ ਗਾਂਧੀ ਜਯੰਤੀ ਵਾਲੇ ਦਿਨ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ 1959 ਵਿੱਚ। 16th ਕੁਐਸਚਨ ਹੈ, ਪੰਚਾਇਤੀ ਰਾਜ ਦੀ ਸਥਾਪਨਾ ਕਰਨ ਵਾਲਾ ਦੂਜਾ ਰਾਜ ਕਿਹੜਾ ਸੀ? ਆਂਧਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਜਾਂ ਹਿਮਾਚਲ ਪ੍ਰਦੇਸ਼। ਤਾਂ ਦੂਸਰਾ ਰਾਜ ਸੀ ਆਂਧਰ ਪ੍ਰਦੇਸ਼, ਜਿਸ ਨੇ ਰਾਜਸਥਾਨ ਤੋਂ ਬਾਅਦ ਪੰਚਾਇਤੀ ਰਾਜ ਨੂੰ ਅਪਣਾਇਆ। ਉਹ ਰਾਜ ਸੀ ਆਂਧਰ ਪ੍ਰਦੇਸ਼। ਆਪਸ਼ਨ ਏ। 17th ਕੁਐਸਚਨ ਹੈ, 73ਵੀਂ ਸੋਧ ਰਾਹੀਂ ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਜੋੜੀ ਗਈ? 10ਵੀਂ, 11ਵੀਂ, 12ਵੀਂ ਜਾਂ 14ਵੀਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ 11ਵੀਂ ਅਨੁਸੂਚੀ। 73ਵੀਂ ਸੋਧ ਰਾਹੀਂ ਭਾਰਤੀ ਸੰਵਿਧਾਨ ਵਿੱਚ 11ਵੀਂ ਅਨੁਸੂਚੀ ਨੂੰ ਜੋੜਿਆ ਗਿਆ। 18th ਕੁਐਸਚਨ ਹੈ, 11ਵੀਂ ਅਨੁਸੂਚੀ ਵਿੱਚ ਕਿੰਨੇ ਵਿਸ਼ਾ ਵਸਤੂ ਸ਼ਾਮਲ ਹਨ? 27, 28, 29 ਜਾਂ 30। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ 29। 11ਵੀਂ ਅਨੁਸੂਚੀ ਵਿੱਚ ਕੁੱਲ 29 ਵਿਸ਼ਾ ਵਸਤੂ ਸ਼ਾਮਲ ਹਨ। 19th ਕੁਐਸਚਨ ਹੈ, ਰਾਜਾਂ ਨੂੰ ਪੰਚਾਇਤ ਦਾ ਗਠਨ ਕਰਨ ਦੀ ਸ਼ਕਤੀ ਕਿਹੜੇ ਅਨੁਛੇਦ ਅਨੁਸਾਰ ਪ੍ਰਦਾਨ ਕੀਤੀ ਗਈ? 40ਵੇਂ ਅਨੁਛੇਦ ਅਨੁਸਾਰ, 42ਵੇਂ, 44ਵੇਂ ਜਾਂ 45ਵੇਂ ਅਨੁਛੇਦ ਅਨੁਸਾਰ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ 40ਵੇਂ ਅਨੁਛੇਦ ਅਨੁਸਾਰ। ਅਮੈਂਡਮੈਂਟ ਸੀ 73ਵੀਂ ਤੇ ਅਨੁਛੇਦ 40। 20th ਕੁਐਸਚਨ ਹੈ, ਭਾਰਤ ਵਿੱਚ ਸਥਾਨਕ ਸਵਸ਼ਾਸਨ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਲਾਰਡ ਮਿੰਟੋ, ਲਾਰਡ ਰਿਪਨ, ਲਾਰਡ ਡਲਹੌਜੀ ਜਾਂ ਲਾਰਡ ਕਾਰਨਵਾਲਿਸ। ਤਾਂ ਇਸ ਦਾ ਆਨਸਰ ਤੁਹਾਨੂੰ ਸਭ ਨੂੰ ਪਤਾ ਹੋਣਾ। ਭਾਰਤ ਵਿੱਚ ਸਥਾਨਕ ਸਵੈ ਸ਼ਾਸਨ ਦਾ ਪਿਤਾ ਮੰਨਿਆ ਜਾਂਦਾ ਹੈ ਲਾਰਡ ਰਿਪਨ ਨੂੰ। ਆਪਸ਼ਨ ਬੀ ਲਾਰਡ ਰਿਪਨ। 21st ਕੁਐਸਚਨ ਹੈ, ਲਾਰਡ ਰਿਪਨ ਦਾ ਕਾਰਜਕਾਲ ਸੀ? ਤਾਂ ਲਾਰਡ ਰਿਪਨ ਦਾ ਕਾਰਜਕਾਲ ਸੀ 1880 ਤੋਂ 1884 ਤੱਕ। ਆਪਸ਼ਨ ਏ। 22nd ਕੁਐਸਚਨ ਹੈ, ਲਾਰਡ ਰਿਪਨ ਨੇ ਸਥਾਨਕ ਸਵਸ਼ਾਸਨ ਦੀ ਸ਼ੁਰੂਆਤ ਕਦੋਂ ਕੀਤੀ? ਤਾਂ ਇਹ ਕੀਤੀ ਸੀ ਜੀ 1882 ਵਿੱਚ। ਆਪਸ਼ਨ ਬੀ। 23rd ਕੁਐਸਚਨ ਹੈ, ਪੰਚਾਇਤੀ ਰਾਜ ਨਾਲ ਸੰਬੰਧਿਤ ਸਮਿਤੀਆਂ ਦੀ ਪਛਾਣ ਕਰੋ। ਅਸ਼ੋਕ ਮਹਿਤਾ ਸਮਿਤੀ, GVK ਰਾਓ ਸਮਿਤੀ, LM ਸਿੰਘਵੀ ਸਮਿਤੀ ਜਾਂ PK ਥੁੰਗਨ ਸਮਿਤੀ। ਇੱਧਰ ਇੱਕ ਆਪਸ਼ਨ ਮਿਸ ਹੈ, ਉਪਰੋਕਤ ਸਾਰੀ। ਇਹ ਚਾਰੇ ਹੀ ਸਮਿਤੀਆਂ ਪੰਚਾਇਤੀ ਰਾਜ ਨਾਲ ਸੰਬੰਧਿਤ ਨੇ। 24th ਕੁਐਸਚਨ ਹੈ, ਸਥਾਨਕ ਸਵਸ਼ਾਸਨ ਵਿੱਚ ਕਿਹੜੀਆਂ ਸੰਸਥਾਵਾਂ ਸ਼ਾਮਿਲ ਹਨ? ਪੇਂਡੂ ਖੇਤਰ, ਸ਼ਹਿਰੀ ਖੇਤਰ, ਉਪਰੋਕਤ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਵਿੱਚ ਆਉਂਦਾ ਜੀ ਸਿਰਫ ਆਪਸ਼ਨ ਏ ਪੇਂਡੂ ਖੇਤਰ ਜਾਂ ਪੰਚਾਇਤੀ ਰਾਜ ਸਥਾਨਕ ਸਵਸ਼ਾਸਨ ਵਿੱਚ ਸ਼ਾਮਲ ਨੇ। 25th ਕੁਐਸਚਨ ਹੈ, ਪੰਚਾਇਤੀ ਰਾਜ ਦੇ ਪੱਧਰ ਵਿੱਚ ਸ਼ਾਮਲ ਹਨ ਗ੍ਰਾਮ ਪੰਚਾਇਤ, ਮੱਧਵਰਤੀ ਪੰਚਾਇਤ ਜਾਂ ਪੰਚਾਇਤ ਸਮਿਤੀ, ਜ਼ਿਲ੍ਹਾ ਪੰਚਾਇਤ ਜਾਂ ਉਪਰੋਕਤ ਸਾਰੀ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੀ। ਫਸਟ ਨੰਬਰ 'ਤੇ ਆ ਜਾਂਦਾ ਗ੍ਰਾਮ ਪੰਚਾਇਤ, ਜੇ ਆਪਾਂ ਬਿਲਕੁਲ ਲੋ ਲੈਵਲ ਤੋਂ ਸਟਾਰਟ ਕਰੀਏ। ਅਤੇ ਸੈਕਿੰਡ ਨੰਬਰ 'ਤੇ ਆ ਜਾਂਦਾ ਮੱਧਵਰਤੀ ਪੰਚਾਇਤ ਜਾਂ ਪੰਚਾਇਤ ਸਮਿਤੀ, ਅਤੇ ਥਰਡ 'ਤੇ ਆ ਜਾਂਦਾ ਜ਼ਿਲ੍ਹਾ ਪੰਚਾਇਤ। ਇਸ ਲਈ ਆਪਣਾ ਆਨਸਰ ਬਣਦਾ ਆਪਸ਼ਨ ਡੀ ਉਪਰੋਕਤ ਸਾਰੀ। 26th ਕੁਐਸਚਨ ਹੈ, ਲੋਕਤਾਂਤਰਿਕ ਵਿਕੇਂਦਰੀਕਰਨ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਬਲਵੰਤ ਰਾਏ ਮਹਿਤਾ, ਅਸ਼ੋਕ ਮਹਿਤਾ, LM ਸਿੰਘਵੀ ਜਾਂ PK ਥੁੰਗਨ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ ਬਲਵੰਤ ਰਾਏ ਮਹਿਤਾ। ਬਲਵੰਤ ਰਾਏ ਮਹਿਤਾ ਨੂੰ ਲੋਕਤਾਂਤਰਿਕ ਵਿਕੇਂਦਰੀਕਰਨ ਦਾ ਪਿਤਾ ਮੰਨਿਆ ਜਾਂਦਾ ਹੈ। 27th ਕੁਐਸਚਨ ਹੈ, ਪੰਚਾਇਤੀ ਰਾਜ ਵਿਵਸਥਾ ਦਾ ਵਾਸਤੂਕਾਰ ਜਾਂ ਸ਼ਿਲਪਕਾਰ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ ਬਲਵੰਤ ਰਾਏ ਮਹਿਤਾ। ਇਹ ਕੁਐਸਚਨ ਦੋ ਤਰ੍ਹਾਂ ਨਾਲ ਆ ਸਕਦਾ ਹੈ, ਲੋਕਤੰਤਰੀ ਵਿਕੇਂਦਰੀਕਰਨ ਦਾ ਪਿਤਾ ਵੀ ਪੁੱਛਿਆ ਜਾ ਸਕਦਾ ਹੈ, ਜਾਂ ਪੰਚਾਇਤੀ ਰਾਜ ਵਿਵਸਥਾ ਦਾ ਵਾਸਤੂਕਾਰ ਜਾਂ ਸ਼ਿਲਪਕਾਰ ਕਿਸ ਨੂੰ ਮੰਨਿਆ ਜਾਂਦਾ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ। ਅਤੇ ਦੋਵੇਂ ਹੀ ਸਟੇਜ ਵਿੱਚ ਆਪਣਾ ਆਨਸਰ ਬਣਦਾ ਹੈ ਬਲਵੰਤ ਰਾਏ ਮਹਿਤਾ। 28th ਕੁਐਸਚਨ ਹੈ, ਪੰਚਾਇਤੀ ਰਾਜ ਵਿਵਸਥਾਵਾਂ ਦੀ ਚੋਣਾਂ ਕਰਾਉਣ ਵਾਲਾ ਪਹਿਲਾ ਰਾਜ ਕਿਹੜਾ ਸੀ? ਤਾਂ ਇਹ ਸੀ ਜੀ ਆਂਧਰ ਪ੍ਰਦੇਸ਼। ਆਪਸ਼ਨ ਏ ਆਂਧਰ ਪ੍ਰਦੇਸ਼ ਪੰਚਾਇਤੀ ਰਾਜ ਵਿਵਸਥਾ ਦੀ ਚੋਣਾਂ ਕਰਵਾਉਣ ਵਾਲਾ ਪਹਿਲਾ ਰਾਜ ਸੀ। 29th ਕੁਐਸਚਨ ਹੈ, ਪੰਚਾਇਤੀ ਰਾਜ ਸ਼ਾਮਲ ਹੈ ਸੰਘ ਸੂਚੀ ਵਿੱਚ, ਰਾਜ ਸੂਚੀ ਵਿੱਚ, ਸਮਵਰਤੀ ਸੂਚੀ ਵਿੱਚ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ।
ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਰਾਜ ਸੂਚੀ ਵਿੱਚ। ਗ੍ਰਾਮ ਸਭਾ ਵਿੱਚ ਸ਼ਾਮਲ ਹਨ ਪਿੰਡ ਦੇ ਰਜਿਸਟਰਡ ਵੋਟਰ, ਪਿੰਡ ਦੇ ਸਾਰੇ ਵਸਨੀਕ, ਪਿੰਡ ਦੇ ਪੰਚ ਜਾਂ ਪਿੰਡ ਦੇ ਸਰਕਾਰੀ ਅਧਿਕਾਰੀ। ਤਾਂ ਇਸ ਦਾ ਆਨਸਰ ਹੈ ਆਪਸ਼ਨ ਏ, ਪਿੰਡ ਦੇ ਰਜਿਸਟਰ ਵੋਟਰ। ਪਿੰਡ ਦੇ ਜਿੰਨੇ ਵੀ ਰਜਿਸਟਰ ਵੋਟਰ ਹੁੰਦੇ ਨੇ ਉਹ ਸਾਰੇ ਗ੍ਰਾਮ ਸਭਾ ਵਿੱਚ ਆ ਜਾਂਦੇ ਨੇ। 31st ਕੁਐਸਚਨ ਹੈ, ਇੱਕ ਸਾਲ ਵਿੱਚ ਗ੍ਰਾਮ ਸਭਾ ਦੀਆਂ ਕਿੰਨੀਆਂ ਬੈਠਕਾਂ ਹੋਣੀਆਂ ਜ਼ਰੂਰੀ ਹਨ? ਤਾਂ ਇਸ ਦਾ ਆਨਸਰ ਹੈ ਜੀ 2, ਆਪਸ਼ਨ ਏ, ਇੱਕ ਸਾਲ ਵਿੱਚ ਗ੍ਰਾਮ ਸਭਾ ਦੀ 2 ਬੈਠਕਾਂ ਦਾ ਹੋਣਾ ਜ਼ਰੂਰੀ ਹੈ। 32nd ਕੁਐਸਚਨ ਹੈ, ਗ੍ਰਾਮ ਸਭਾ ਵਿੱਚ ਘੱਟੋ ਘੱਟ ਕਿੰਨੇ ਮੈਂਬਰ ਹੋਣੇ ਜ਼ਰੂਰੀ ਹਨ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, 200। ਗ੍ਰਾਮ ਸਭਾ ਵਿੱਚ ਘੱਟੋ ਘੱਟ 200 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। ਗ੍ਰਾਮ ਸਭਾ ਨੂੰ ਲੈ ਕੇ ਦੇਖੋ ਤੁਸੀਂ ਕਨਫਿਊਜ਼ ਨਹੀਂ ਹੋਣਾ। ਗ੍ਰਾਮ ਸਭਾ ਕੀ ਹੈ? ਇੱਕ ਬੇਸਿਕ ਇਕਾਈ ਹੈ ਪੰਚਾਇਤੀ ਰਾਜ ਦੀ। ਇਸ ਵਿੱਚ ਪਿੰਡ ਦੇ ਜਿੰਨੇ ਵੀ ਰਜਿਸਟਰ ਵੋਟਰ ਨੇ ਜਿਹੜੀ ਮਿਲ ਕੇ ਪੰਚਾਇਤ ਦਾ ਨਿਰਮਾਣ ਕਰਦੇ ਉਹ ਸਾਰੇ ਆ ਜਾਂਦੇ ਆ। 33rd ਕੁਐਸਚਨ ਹੈ, ਗ੍ਰਾਮ ਪੰਚਾਇਤ ਦੇ ਮੁਖੀ ਨੂੰ ਕਿਹਾ ਜਾਂਦਾ ਹੈ? ਤਾਂ ਗ੍ਰਾਮ ਪੰਚਾਇਤ ਦੇ ਮੁਖੀ ਨੂੰ ਸਰਪੰਚ, ਗ੍ਰਾਮ ਪ੍ਰਧਾਨ, ਮੁਖੀਆ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਆਨਸਰ ਹੈ ਆਪਸ਼ਨ ਡੀ, ਉਪਰੋਕਤ ਸਾਰੇ। ਗ੍ਰਾਮ ਪੰਚਾਇਤ ਦੇ ਮੁਖੀ ਦਾ ਨਾਮ ਸਟੇਟ ਦੇ ਅਕੋਰਡਿੰਗ ਅਲੱਗ-ਅਲੱਗ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਪੰਜਾਬ ਵਿੱਚ ਸਰਪੰਚ ਕਹਿ ਦਿੰਦੇ ਨੇ, ਗ੍ਰਾਮ ਪ੍ਰਧਾਨ, ਮੁਖੀਆ, ਇਹਨਾਂ ਸਾਰੇ ਨਾਮਾਂ ਤੋਂ ਗ੍ਰਾਮ ਪੰਚਾਇਤ ਦੇ ਮੁਖੀ ਨੂੰ ਸੰਬੋਧਿਤ ਕੀਤਾ ਜਾਂਦਾ ਹੈ। 34th ਕੁਐਸਚਨ ਹੈ, ਗ੍ਰਾਮ ਪੰਚਾਇਤ ਦੇ ਪੰਚਾਂ ਦੀ ਚੋਣ ਹੁੰਦੀ ਹੈ ਪ੍ਰਤੱਖ ਤੌਰ 'ਤੇ, ਅਪ੍ਰਤੱਖ ਤੌਰ 'ਤੇ, ਉਪਰੋਕਤ ਦੋਵਾਂ ਤਰੀਕਿਆਂ ਨਾਲ, ਜੋ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਆਨਸਰ ਹੈ ਆਪਸ਼ਨ ਏ, ਪ੍ਰਤੱਖ ਤੌਰ 'ਤੇ। ਪਿੰਡ ਦੇ ਸਰਪੰਚ ਜਾਂ ਮੁਖੀ ਦੀ ਚੋਣ ਰਾਜ ਦੀ ਵਿਧਾਨ ਮੰਡਲ ਦੇ ਫੈਸਲੇ 'ਤੇ ਛੱਡਿਆ ਗਿਆ ਹੈ। ਜੇਕਰ ਰਾਜ ਸਰਕਾਰ ਚਾਹਵੇ ਤਾਂ ਇਹ ਪ੍ਰਤੱਖ ਤੇ ਅਪ੍ਰਤੱਖ ਦੋਵੇਂ ਤਰੀਕੇ ਨਾਲ ਹੋ ਸਕਦਾ, ਪਰ ਜ਼ਿਆਦਾਤਰ ਰਾਜਾਂ ਵਿੱਚ ਲੋਕ 2-2 ਵੋਟ ਕਰਦੇ ਨੇ, ਇੱਕ ਸਰਪੰਚ ਦੀ ਚੋਣ ਲਈ ਤੇ ਦੂਜੀ ਪੰਚਾਂ ਦੀ ਚੋਣ ਲਈ। ਇਸ ਲਈ ਆਪਣਾ ਆਨਸਰ ਹੈ ਆਪਸ਼ਨ ਏ, ਪ੍ਰਤੱਖ ਤੌਰ 'ਤੇ। ਗ੍ਰਾਮ ਪੰਚਾਇਤ ਦੇ ਪੰਚਾਂ ਦੀ ਚੋਣ ਪ੍ਰਤੱਖ ਤੌਰ 'ਤੇ ਹੁੰਦੀ ਹੈ। 35th ਕੁਐਸਚਨ ਹੈ, ਗ੍ਰਾਮ ਪੰਚਾਇਤ ਵਿੱਚ ਪੰਚਾਂ ਦੀ ਸੰਖਿਆ ਕਿੰਨੀ ਹੋ ਸਕਦੀ ਹੈ? ਤਾਂ ਇਸ ਦਾ ਆਨਸਰ ਹੈ ਆਪਸ਼ਨ ਡੀ, 13। ਘੱਟੋ ਘੱਟ ਹੋਣੀ ਚਾਹੀਦੀ ਹੈ 5 ਤੇ ਵੱਧ ਤੋਂ ਵੱਧ ਹੋ ਸਕਦੀ ਹੈ 13। 36th ਕੁਐਸਚਨ ਹੈ, ਗ੍ਰਾਮ ਪੰਚਾਇਤ ਦੇ ਸਰਕਾਰੀ ਅਧਿਕਾਰੀ ਨੂੰ ਕਿਸ ਨਾਂ ਤੋਂ ਜਾਣਿਆ ਜਾਂਦਾ ਹੈ? ਪੰਚਾਇਤ ਸੈਕਟਰੀ, ਗ੍ਰਾਮ ਵਿਕਾਸ ਅਧਿਕਾਰੀ, ਗ੍ਰਾਮ ਸੇਵਕ ਜਾਂ ਉਪਰੋਕਤ ਸਾਰੇ ਨਾਵਾਂ ਤੋਂ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੇ ਨਾਵਾਂ ਤੋਂ। ਪੰਜਾਬ ਵਿੱਚ ਇਸ ਨੂੰ ਜਾਣਿਆ ਜਾਂਦਾ ਹੈ ਪੰਚਾਇਤ ਸੈਕਟਰੀ ਦੇ ਨਾਮ ਤੋਂ। 37th ਕੁਐਸਚਨ ਹੈ, ਪੰਚਾਇਤੀ ਰਾਜ ਦੇ 3 ਪੱਧਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਤਾਂ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ, 5 ਸਾਲ। ਪੰਚਾਇਤੀ ਰਾਜ ਦਾ ਕੋਈ ਵੀ ਪੱਧਰ ਹੋਵੇ ਉਸ ਦੀ ਟੈਨਿਓਰ 5 ਸਾਲ ਦੀ ਹੈ। 38th ਕੁਐਸਚਨ ਹੈ, ਗ੍ਰਾਮ ਸਭਾ ਦਾ ਗਠਨ ਕਿਹੜੇ ਅਨੁਛੇਦ ਵਿੱਚ ਦਰਜ ਹੈ? ਤਾਂ ਇਹ ਦਰਜ ਹੈ ਜੀ ਅਨੁਛੇਦ 243A ਵਿੱਚ, ਆਪਸ਼ਨ ਬੀ, ਅਨੁਛੇਦ 243A ਵਿੱਚ ਗ੍ਰਾਮ ਸਭਾ ਦੇ ਗਠਨ ਦਾ ਜ਼ਿਕਰ ਹੈ। 39th ਕੁਐਸਚਨ ਹੈ, ਪੰਚਾਇਤਾਂ ਦੇ ਗਠਨ ਦਾ ਜ਼ਿਕਰ ਕਿਹੜੇ ਅਨੁਛੇਦ ਵਿੱਚ ਹੈ? ਤਾਂ ਇਹ ਹੈ ਜੀ ਅਨੁਛੇਦ 243B ਵਿੱਚ, ਆਪਸ਼ਨ ਸੀ, ਅਨੁਛੇਦ 243B ਵਿੱਚ ਪੰਚਾਇਤਾਂ ਦੇ ਗਠਨ ਦਾ ਜ਼ਿਕਰ ਕੀਤਾ ਗਿਆ ਹੈ। 40th ਕੁਐਸਚਨ ਹੈ, ਪੰਚਾਇਤਾਂ ਦੀ ਬਣਤਰ ਦਾ ਵਰਣਨ ਕਿਹੜੇ ਅਨੁਛੇਦ ਵਿੱਚ ਹੈ? ਤਾਂ ਇਹ ਹੈ ਜੀ ਅਨੁਛੇਦ 243C ਵਿੱਚ, ਆਪਸ਼ਨ ਡੀ, ਅਨੁਛੇਦ 243C ਵਿੱਚ ਪੰਚਾਇਤਾਂ ਦੀ ਬਣਤਰ ਜਾਂ ਸੰਰਚਨਾ ਦਾ ਵਰਣਨ ਕੀਤਾ ਗਿਆ ਹੈ। ਤਾਂ ਇਹ ਸੀ ਜੀ ਪੰਚਾਇਤੀ ਰਾਜ ਨਾਲ ਜੁੜੇ ਕੁਝ ਮੋਸਟ ਇੰਪੋਰਟੈਂਟ MCQs। ਬਾਕੀ ਦੇ ਕੁਐਸਚਨ ਆਪਾਂ ਸੈਕਿੰਡ ਵੀਡੀਓ 'ਚ ਕਵਰ ਕਰਾਂਗੇ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫਿਰ ਮਿਲਾਂਗੇ ਅਗਲੀ ਵੀਡੀਓ ਲੈ ਕੇ।